बिरलो चारसी एक गुरमुख होए एह वाणी पुरख की निज कर वासा होए मारू महला पंजवा एक ओंकार सतगुर प्रसाद आज्ञा दुख सुख सब कीने अमृत नाम बिरलहि चीने ताकी कीमत कहन न जाई जत कत ओही समावना सोई भगत सोई वड दाता सोई पूरन पुरख विदाता बाल सहाई सोई तेरा जो तेरा मन पावना मिरत दुख सुख लिख पाए तिल नहीं बदह कटै ना कटाए सोई होए जे करते पावै कह कह आप वंजावना अंध कूपते से काढ़े जन्म जन्म के टूटे गांडे कृपा तार रखे कर अपने मिल साधु गोबिंद ते आवना तेरी कीमत कहन न जाई अचरज रूप वड्डी वड्याई भगत दान मंगै जन तेरा नानक बल बल जावना तेरी कीमत कहन न जाई अचरज रूप वड्डी वड्याई भगत दान मंगै जन तेरा नानक बल बल जावना वाहिगुरु जी का खालसा वाहिगुरु जी की फतेह। मारू सोलहे बाणी दी विचार अज संपूर्ण होवेगी। इस अंतले शब्द दे 15 बंद हैं जिन्हां चों 5 बंद बाकी जिन्हां दा अज आप जी ने पाठ सरवण किया है। इस दी विचार ज्ञानी हरनाम सिंह जी हेड ग्रंथी साहब गुरुद्वारा सीसगंज साहब आप जी नूं सरवण करवाउणगे।
ਅੱਜ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ। ਆਪ ਸਮੂਹ ਸੰਗਤਾਂ ਨੂੰ, ਸਮੁੱਚੇ ਸਿੱਖ ਸੰਸਾਰ ਨੂੰ ਲੱਖ 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 ਵਧਾਈਆਂ। ਅੱਜ ਸ਼ਾਮਾਂ ਦੇ ਦੀਵਾਨ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਫਤਿਹ ਸਿੰਘ ਜੀ ਦਾ ਇਹ ਪਵਿੱਤਰ ਜਨਮ ਦਿਹਾੜਾ ਮਨਾਇਆ ਜਾਵੇਗਾ। ਨਿੱਕੀਆਂ ਜਿੰਦਾਂ ਵੱਡੇ ਸਾਕੇ ਵਰਤਾਉਣ ਵਾਲੇ ਇਹ ਬਾਬੇ ਹਨ ਬਾਬਾ ਫਤਿਹ ਸਿੰਘ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ 25 ਤਰੀਕ ਨੂੰ ਹੈ, ਜੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਮਨਾਇਆ ਜਾਵੇਗਾ। 24 ਤਰੀਕ ਨੂੰ ਨਗਰ ਕੀਰਤਨ ਹੈ। 22 ਤਰੀਕ ਨੂੰ ਵੱਡੇ ਸਾਹਿਬਜ਼ਾਦਿਆਂ ਦਾ ਚਮਕੌਰ ਸਾਹਿਬ ਦੇ ਸ਼ਹੀਦਾਂ ਦਾ ਦਿਹਾੜਾ, ਜੋ ਗੁਰਦੁਆਰਾ ਦਮਦਮਾ ਸਾਹਿਬ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾਣਾ ਹੈ। 27 ਤਰੀਕ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਮਨਾਇਆ ਜਾਵੇਗਾ। ਸੋ ਇਹਨਾਂ ਸਾਰੇ ਸਮਿਆਂ ਤੇ ਸੇਵਾ ਕਰਕੇ, ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਕੱਲ ਇਸ ਮਹੀਨੇ ਦੀ ਸੰਗਰਾਂਦ ਹੈ। ਆਓ ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਨਸ ਵੰਜੋ ਕਿਲ ਵੇਖੋ, ਨਸ ਵੰਜੋ ਕਿਲ ਵੇਖੋ, ਕਰਤਾ ਘਰ ਆਇਆ, ਦੂਤੈ ਦਹਿਨ ਭਇਆ, ਗੋਬਿੰਦ ਪ੍ਰਗਟਾਇਆ, ਦੂਤੈ ਦਹਿਨ ਭਇਆ, ਗੋਬਿੰਦ ਪ੍ਰਗਟਾਇਆ। ਸ਼ਬਦਾਵਤਾਰ ਬਾਣੀ ਦੇ ਬੋਹਿਤ, ਜੁਗੋ ਜੁਗ ਅਟਲ, परम सम्मान योग, परम सत्कार योग, चवर छतर तखत के मालिक, धन धन साहिब गुरु ग्रंथ साहिब जी दी पावन हजूरी तो महान सतगुरु 8वें पातशाह अष्टम बलबीरा बाला प्रीतम साहिब गुरु हरकृष्ण साहिब जी दे पावन पवित्र महान इतिहासक स्थान गुरुद्वारा बंगला साहिब तो गुरु की कथा सुन रही सन्मानयोग सत संगत जीओ, गुरु की बख्शी फतेह बुलाओ। वाहिगुरु जी का खालसा, वाहिगुरु जी की फतेह। सतगुरु जी ने महान कृपा की, सानू अपनी गोद च बिठाया, कथा शब्द दी विचार करवा रहे ने ते सुना रहे ने। ये वखरी गल है, कौन कितना क भागां वाला है। आउंदे ते सारे दौड़ के गुरुद्वारे इसे गल तो ने, कहंदे ने गुरु लई आ रहे हैं, पर कितने क गुरु लई आउंदे ने, कितने क गुरु दे राही परमारथ वाले पासे तुरदे ने। पदार्थां दी दौड़ ते साडे सारियां दे विच है। अज भी तुसी पहुंचे हो गुरु दरबार तक, रोज वाला रूटीन छड्डो, भी सामने भी खड़े हुए अरदास कीती, पिछे भी कोई कोना लभ्या अरदास कीती, सुखासन वाला स्थान उस सचखंड स्थान दे सामने भी खड़े होके अरदास कीती ते तुर गए घरां नूं। की कीता? केवल गुरु नूं अपनी सुनाई, गुरु दी ते नहीं सुनी ना। माँ बाप दूर रहिंदे होण, गल रिपीट होवे पकड़ च आ जांदी है।
ਤੁਸੀਂ ਗਿਫਟ ਤੋਹਫੇ ਵੀ ਲੈ ਕੇ ਜਾਓ, ਦੌਲਤ ਲੈ ਕੇ ਜਾਓ, ਮਾਂ-ਬਾਪ ਦੇ ਸਾਹਮਣੇ ਰੱਖ ਕੇ ਦੋ ਚਾਰ ਆਪਣੀਆਂ ਸੁਣਾ ਕੇ ਤੁਰ ਪਾਓ, ਤੇ ਮਾਂ-ਬਾਪ ਵੀ ਕਹਿੰਦੇ ਨੇ ਤੇਰੀ ਦੌਲਤ ਦੇ ਭੁੱਖੇ ਅਸੀਂ ਨਹੀਂ ਸੀ ਬੈਠੇ, ਆਪਣੀਆਂ ਹੀ ਮਾਰ ਕੇ ਚਲਾ ਗਿਆ, ਸਾਡੀ ਤਾਂ ਸੁਣੀ ਨਹੀਂ। ਤੇ ਜਿੱਥੇ ਗੁਰਦੇਵ ਪਿਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਹੋਣ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸ਼ਬਦ ਦੀ ਵਿਚਾਰ ਰਾਹੀਂ ਬੋਲ ਰਹੇ ਹੋਣ ਸਾਡੇ ਵਿੱਚ, ਨਾ ਦਾਸ ਬੋਲ ਰਿਹਾ ਨਾ ਤੁਸੀਂ ਸੁਣ ਰਹੇ ਹੋ, ਜਿਹਦੇ ਉੱਤੇ ਕਿਰਪਾ ਹੁੰਦੀ ਹੈ ਉਸੇ ਤੋਂ ਬੁਲਵਾਉਂਦਾ ਤੇ ਉਸੇ ਤੋਂ ਸੁਣਵਾਉਂਦਾ ਹੈ, ਉਹੀ ਵਡਭਾਗੀ ਹੈ। ਆਉਂਦੇ ਤੇ ਸਾਰੇ ਹੀ ਨੇ, ਵਡਭਾਗੀ ਹਰ ਸੰਗਤ ਭਾਵੈ, ਭਾਗਹੀਣ ਪਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਜਿੱਥੇ ਜਗ੍ਹਾ ਮਿਲਦੀ ਹੈ ਬੈਠਣ ਦਾ ਯਤਨ ਕਰੋ। ਜਿਸ ਤਰ੍ਹਾਂ ਹੁਣੇ ਹੀ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਸਾਹਿਬਾਨ ਨੇ ਦੱਸਿਆ ਕਿ ਬਾਬਾ ਫਤਿਹ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਕਿੰਨੀ ਕੁ ਮਹਾਨ ਸ਼ਖਸੀਅਤ ਨੇ। ਜੀਵਨ ਜਨਮ ਮੌਤ ਇਹ ਤੇ ਹਰ ਇੱਕ ਦੇ ਹਿੱਸੇ ਆ ਰਿਹਾ, ਪਰ ਜੀਵਨ ਬਤੀਤ ਕਿਸ ਤਰ੍ਹਾਂ ਕੀਤਾ ਹੈ। ਜੀਵਨ ਲੰਬਾ ਬੇਸ਼ੱਕ ਨਾ ਹੋਵੇ, ਜੀਵਨ ਸਫਲ ਹੋਵੇ। ਉਹ ਸਫਲਤਾ ਵੇਖਣੀ ਹੈ ਜੀਵਨ ਦੀ, ਤੇ ਗੁਰੂ ਕੇ ਸਾਹਿਬਜ਼ਾਦਿਆਂ ਵਿੱਚੋਂ ਵੇਖੋ ਉਸ ਸੱਚੀ ਦਰਗਾਹ ਤੇ ਮਾਲਕ ਵਾਹਿਗੁਰੂ ਜੀ ਕੋਲ ਜਾਣ ਦੀ ਸ਼ਾਨ ਜਿਹੜੀ ਹੈ ਉਹ ਜੇ ਵੇਖਣੀ ਹੈ ਤੇ ਇਹਨਾਂ ਸਾਹਿਬਜ਼ਾਦਿਆਂ ਵਿੱਚੋਂ ਵੇਖੋ। ਕੁਝ ਗੱਲ ਕਰਾਂਗੇ ਜ਼ਰੂਰ, ਕਰੋ ਕਿਰਪਾ। ਮਨ ਜੇ ਕਿਤੇ ਭਟਕ ਰਿਹਾ ਏ, ਮਨ ਨੂੰ ਆਵਾਜ਼ ਮਾਰੋ। ਮਨ ਪਰਦੇਸੀ ਵੇ ਪਿਆਰੇ, ਆਓ ਘਰੇ ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਕਰੋ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ। ਆਗਿਆ ਦੁਖ ਸੁਖ ਸਭ ਕੀਨੇ, ਅੰਮ੍ਰਿਤ ਨਾਮ ਬਿਰਲੇ ਹੀ ਚੀਨੇ। ਅੱਜ ਦੇ ਸ਼ਬਦ ਦੀ ਵਿਚਾਰ ਜਿਹੜੇ ਬੰਦ ਰਹਿ ਗਏ ਨੇ। ਕਹਿੰਦੇ ਕੋਈ ਵਿਰਲਾ ਜਾਣਦਾ ਹੈ, ਜੇ ਤੇਰੇ ਜੀਵਨ ਦੇ ਚ ਦੁੱਖ ਤੇ ਸੁੱਖ ਆ ਰਹੇ ਨੇ ਤੇ ਮਾਲਕ ਵਾਹਿਗੁਰੂ ਜੀ ਦੀ ਆਗਿਆ ਦੇ ਕਰਕੇ ਆ ਰਹੇ ਨੇ, ਉਹਦੇ ਹੁਕਮ ਦੇ ਕਰਕੇ ਆ ਰਹੇ ਨੇ। ਪਰ ਸਮਝੇਗਾ ਕੌਣ? ਕੋਈ ਵਿਰਲਾ ਜਿਹਨੇ ਵਾਹਿਗੁਰੂ ਜੀ ਦੇ ਨਾਮ ਨੂੰ ਸਮਝਿਆ। ਹੁਣ ਨਾਮ ਨੂੰ ਸਮਝਣਾ ਕੀ ਹੈ? ਕੇਵਲ ਵਾਹਿਗੁਰੂ ਵਾਹਿਗੁਰੂ ਕਰ ਲੈਣਾ, ਕੇਵਲ ਰਾਮ ਰਾਮ ਕਹਿ ਲੈਣਾ, ਰਹੀਮ ਰਹੀਮ ਕਹਿ ਲੈਣਾ, ਇਹ ਹੈ ਨਾਮ ਸਮਝਣਾ? ਬਿਲਕੁਲ ਨਹੀਂ। ਇਉਂ ਤੇ ਸਾਰੀ ਦੁਨੀਆ ਰੱਟੀ ਜਾ ਰਹੀ ਹੈ। ਉਹਨਾਂ ਬਾਰੇ ਕਹਿ ਵੀ ਦਿੱਤਾ, ਮੂੰਹ ਮੈਂ ਰਾਮ ਬਗਲ ਮੈਂ ਛੁਰੀ। ਵੀ ਤੂੰ ਰਾਮ ਕਹਿ ਰਿਹਾ ਪਰ ਤੈਨੂੰ ਇਸ ਗੱਲ ਦੀ ਸਮਝ ਨਹੀਂ ਹੈ ਨਾਮ ਦੀ, ਵੀ ਵਾਹਿਗੁਰੂ ਨੂੰ ਰਾਮ ਨਾਮ ਤਾਂ ਮਿਲਿਆ ਕਿਉਂਕਿ ਸ੍ਰਿਸ਼ਟੀ ਚ ਰਮਿਆ ਹੋਇਆ ਹੈ, ਉਹ ਸਾਰਿਆਂ ਵਿੱਚ ਹੈ। ਤੇ ਜੇ ਸਾਰਿਆਂ ਵਿੱਚ ਹੈ ਤੇ ਫਿਰ ਕੌਣ ਹਿੰਦੂ ਮੁਸਲਮਾਨ ਸਿੱਖ ਈਸਾਈ? ਜਦ ਸਾਰਿਆਂ ਦੇ ਵਿੱਚ ਉਹ ਹੈ ਤੇ ਤੂੰ ਤੇ ਸਾਰਿਆਂ ਨਾਲ ਪਿਆਰ ਕਰੇਂਗਾ। ਬੇਸ਼ੱਕ ਰਹੀਮ ਰਹੀਮ ਕਹਿ ਰਿਹਾ ਹੈ ਪਰ ਰਹਿਮ ਤੇ ਤੇਰੇ ਅੰਦਰ ਪੈਦਾ ਹੋਇਆ ਨਹੀਂ। ਪਰ ਵਾਹਿਗੁਰੂ ਨੂੰ ਤੇ ਰਹੀਮ ਤਾਂ ਕਹਿੰਦੇ ਨੇ ਕਿਉਂਕਿ ਉਹਦੇ ਚ ਰਹਿਮ ਹੈ। ਜੇ ਤੇਰੇ ਅੰਦਰ ਰਹਿਮ ਪੈਦਾ ਹੋ ਜਾਂਦਾ, ਤੂੰ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦਾ, ਤੇ ਫਿਰ ਕਿਹਾ ਜਾ ਸਕਦਾ ਸੀ ਤੂੰ ਨਾਮ ਨੂੰ ਸਮਝ ਗਿਆ ਹੈ। ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਅਸਲ ਵਾਹ ਤੇਰੇ ਅੰਦਰੋਂ ਪਰਮਾਤਮਾ ਵਾਹਿਗੁਰੂ ਬਾਰੇ ਨਿਕਲ ਜਾਂਦੀ। ਏਡਾ ਮਹਾਨ ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਉਹ ਕੀ ਨਹੀਂ ਕਰ ਸਕਦਾ? ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ, ਉਹ ਕੀ ਨਹੀਂ ਕਰ ਸਕਦਾ? ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਇੱਕ ਛਿੰਨ ਦੇ ਵਿੱਚ ਭੂਕੰਪ ਆਉਂਦੇ ਨੇ, ਜ਼ਲਜ਼ਲੇ ਆਉਂਦੇ ਨੇ, ਸਭ ਕੁਝ ਗਰਕ ਹੋ ਜਾਂਦਾ। ਇੱਕ ਛਿੰਨ ਦੇ ਚ ਸੁਨਾਮੀ ਲਹਿਰਾਂ ਆਉਣ, ਸਭ ਕੁਝ ਡੁੱਬ ਜਾਵੇ। ਇੱਕ ਤੋਂ ਇੱਕ ਤੂਫਾਨ ਆ ਜਾਣ, ਉਹਦਾ ਹੁਕਮ ਹੋਵੇ। ਤੇ ਜੇ ਉਹ ਚਾਹਵੇ ਤੇ ਫਿਰ ਸਾਰਿਆਂ ਨੂੰ ਹੀ ਉੱਥੇ ਹੀ ਸ਼ਾਂਤ ਰੱਖੇ। ਸਮੁੰਦਰ ਸ਼ਾਂਤ ਨੇ, ਹਵਾਵਾਂ ਸ਼ਾਂਤ ਨੇ,
ਏਡੀ ਵੱਡੀ ਤਾਕਤ ਵੇਖ ਕੇ ਵੀ ਵਾਹਿਗੁਰੂ ਜੀ ਦੀ ਤੇਰੇ ਅੰਦਰੋਂ ਵਾਹ ਨਾ ਨਿਕਲੇ ਤੇ ਲਾਭ ਕੀ ਹੋਇਆ ਵਾਹਿਗੁਰੂ ਕਹਿਣ ਦਾ। ਗੱਲ ਨੂੰ ਸਮਝ ਲੈਣਾ, ਜਿਨ੍ਹਾਂ ਨੇ ਆਗਿਆ ਹੁਕਮ ਨੂੰ ਮੰਨਿਆ ਉਹਨਾਂ ਦੇ ਲਈ ਦੁੱਖ ਤੇ ਸੁੱਖ ਸਮਾਨ ਹੋ ਗਏ, ਸਾਡੇ ਵਰਗਿਆਂ ਲਈ ਨਹੀਂ। ਉਹਨਾਂ ਲਈ ਦੁੱਖ ਤੇ ਸੁੱਖ ਸਮਾਨ ਹੋ ਗਏ। ਉਹਨਾਂ ਦੇ ਵਿੱਚ ਉਹ 4 ਸਾਹਿਬਜ਼ਾਦੇ ਆਉਂਦੇ ਨੇ। ਜੋ ਬਾਬਾ ਫਤਿਹ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ, ਮਾਲਕ ਵਾਹਿਗੁਰੂ ਜੀ ਦੀ ਵੀ ਕਿਆ ਕਮਾਲ ਕਿਰਪਾ ਹੈ। ਕਿਸ ਖਾਨਦਾਨ ਦੇ ਚ ਜਨਮ ਦਿੱਤਾ ਹੈ। ਦਾਸ ਅਕਸਰ ਬੇਨਤੀ ਕਰਦਾ ਹੁੰਦਾ ਹੈ ਕਿ ਸਾਡੀ ਮਰਜ਼ੀ ਦੀ ਗੱਲ ਨਹੀਂ, ਵਾਹਿਗੁਰੂ ਸਾਨੂੰ ਪੁੱਛ ਕੇ ਜਨਮ ਨਹੀਂ ਦਿੰਦਾ, ਕਿਉਂਕਿ ਆ ਰਹੇ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ, ਆ ਰਿਹਾ ਉਹਨਾਂ ਦੇ ਗੁਰਦੇਵ ਪਿਤਾ ਦਾ ਪ੍ਰਕਾਸ਼ ਦਿਹਾੜਾ। ਉਸ ਖਾਨਦਾਨ ਦੀ ਗੱਲ ਕਰਨੀ ਤਾਂ ਬਣਦੀ ਹੈ ਨਾ, ਜਿਸ ਖਾਨਦਾਨ ਦੇ ਵਿੱਚ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਜਨਮ ਲਿਆ। ਅੱਜ ਜਨਮ ਦਿਹਾੜਾ ਹੈ। ਜਦ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖਾਨਦਾਨ ਵੱਲ ਝਾਤ ਮਾਰਦਾ ਤੇ ਮੈਨੂੰ ਸੰਸਾਰ ਦੇ ਵਿੱਚ 3 ਪ੍ਰਕਾਰ ਦੇ ਮਨੁੱਖ ਖਾਨਦਾਨ ਮੁੱਖ ਤੌਰ ਤੇ ਨਜ਼ਰ ਆਉਂਦੇ ਨੇ। ਪਹਿਲੀ ਪ੍ਰਕਾਰ ਦੇ ਮਨੁੱਖ ਉਹ ਜਿਨ੍ਹਾਂ ਨੇ ਆਪ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਮਹਾਨ ਕਾਰਨਾਮਾ, ਮਹਾਨ ਕੰਮ ਨਹੀਂ ਕੀਤਾ ਹੁੰਦਾ, ਪਰ ਉਹਨਾਂ ਦੇ ਬਾਪ ਦਾਦੇ ਪੜਦਾਦੇ ਇਤਨਾ ਕੁ ਮਹਾਨ ਕਾਰਨਾਮਾ ਕਰ ਜਾਂਦੇ ਨੇ ਕਿ ਬਾਪ ਦਾਦਿਆਂ ਦੇ ਕਾਰਨਾਮੇ ਦੇ ਕਰਕੇ ਹੀ ਉਹਨਾਂ ਨੂੰ ਸੰਸਾਰ 'ਚ ਇੱਜ਼ਤ ਮਿਲ ਜਾਂਦੀ ਹੈ। ਪਰ ਦੂਜੀ ਪ੍ਰਕਾਰ ਦੇ ਮਨੁੱਖ ਉਹ ਜਿਨ੍ਹਾਂ ਦੇ ਬਾਪ ਦਾਦਿਆਂ ਨੇ ਕੋਈ ਮਹਾਨ ਕੰਮ, ਮਹਾਨ ਕਾਰਨਾਮਾ ਨਹੀਂ ਕੀਤਾ ਹੁੰਦਾ, ਪਰ ਉਹ ਆਪ ਇਤਨਾ ਕੁ ਮਹਾਨ ਕਾਰਨਾਮਾ ਕਰ ਜਾਂਦੇ ਨੇ ਕਿ ਉਹਨਾਂ ਦੇ ਕਾਰਨਾਮੇ ਦੇ ਕਰਕੇ ਹੀ ਸੰਸਾਰ 'ਚ ਬਾਪ ਦਾਦਿਆਂ ਦਾ ਨਾਮ ਵੀ ਰੌਸ਼ਨ ਹੋ ਜਾਂਦਾ ਹੈ। ਪਰ ਤੀਜੀ ਪ੍ਰਕਾਰ ਦੇ ਮਨੁੱਖ ਉਹ ਜਿਨ੍ਹਾਂ ਦੇ ਬਾਪ ਦਾਦਿਆਂ ਨੇ ਵੀ ਕੋਈ ਮਹਾਨ ਕੰਮ, ਮਹਾਨ ਕਾਰਨਾਮਾ ਨਹੀਂ ਕੀਤਾ ਹੁੰਦਾ, ਉਹਨਾਂ ਨੇ ਆਪ ਵੀ ਕੋਈ ਮਹਾਨ ਕੰਮ ਨਹੀਂ ਕੀਤਾ ਹੁੰਦਾ, ਪਰ ਅੱਗੇ ਉਹਨਾਂ ਦੀ ਔਲਾਦ ਇਤਨਾ ਕੁ ਮਹਾਨ ਕਾਰਨਾਮਾ ਕਰ ਜਾਂਦੀ ਹੈ ਕਿ ਔਲਾਦ ਦੇ ਕਾਰਨਾਮਿਆਂ ਨੂੰ ਵੇਖ ਕੇ ਹੀ ਸਿਰ ਝੁਕ ਜਾਂਦਾ ਹੈ। ਉਸ ਔਲਾਦ ਦੇ ਕਾਰਨਾਮਿਆਂ ਦੇ ਕਰਕੇ ਹੀ ਬਾਪ ਦਾਦਿਆਂ ਦਾ ਨਾਮ ਸੰਸਾਰ 'ਚ ਰੌਸ਼ਨ ਵੀ ਹੋ ਜਾਂਦਾ ਹੈ ਤੇ ਇੱਜ਼ਤ ਵੀ ਮਿਲ ਜਾਂਦੀ ਹੈ। ਪਰ ਮੇਰੇ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ, ਜਦ ਮੈਂ ਤੁਹਾਡੇ ਖਾਨਦਾਨ ਵੱਲ ਝਾਤ ਮਾਰਦਾ ਹੈਰਾਨ ਹੋ ਜਾਂਦਾ। ਇਹ ਕਿਹੋ ਜਿਹਾ ਖਾਨਦਾਨ ਹੈ ਜਿੱਥੇ ਬਾਪ ਦਾਦੇ ਪੜਦਾਦੇ ਲੱਕੜ ਦਾਦੇ ਦੇ ਕਾਰਨਾਮੇ ਮਹਾਨ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਰਨਾਮੇ, ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਾਰਨਾਮੇ, ਪੜਦਾਦਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕਾਰਨਾਮੇ, ਲੱਕੜ ਦਾਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਕਾਰਨਾਮੇ ਕਿਤੇ ਗਿਣੇ ਜਾ ਸਕਦੇ ਨੇ ਉਂਗਲਾਂ ਤੇ। ਬਾਪ ਦਾਦਿਆਂ ਦੇ ਕਾਰਨਾਮੇ ਮਹਾਨ। ਸਤਿਗੁਰੂ ਜੀ ਦੇ ਆਪਣੇ ਕਾਰਨਾਮੇ ਵੇਖ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੇ ਦੁਨੀਆ ਹੈਰਾਨ ਹੋ ਕੇ ਮੂੰਹ ਚੁੰਗਲਾਂ ਪਾ ਲੈਂਦੀ ਹੈ। ਛੋਟੀ ਜੀ ਉਮਰ 9 ਸਾਲ ਤਾਂ ਬੀਤ ਗਏ ਪਿਤਾ ਗੁਰੂ ਦੀ ਹਜ਼ੂਰੀ ਤੇ 33 ਸਾਲ ਦੀ ਛੋਟੀ ਜੀ ਉਮਰ ਦੇ ਵਿੱਚ ਇਹੋ ਜਿਹੇ ਮਹਾਨ ਕਾਰਨਾਮੇ ਕਰ ਜਾਣੇ। 14 ਤੋਂ ਵੱਧ ਜੰਗਾਂ ਲੜਨੀਆਂ ਤੇ ਹਰ ਇੱਕ ਜੰਗ ਨੂੰ ਜਿੱਤ ਲੈਣਾ, ਖਾਲਸਾ ਪੰਥ ਦੀ ਸਿਰਜਣਾ ਕਰਕੇ ਰੱਖ ਦੇਣੀ, ਪੂਰਾ ਸਰਬੰਸ ਵਾਰ ਦੇਣਾ, ਇੱਕ ਕਾਰਨਾਮਾ ਹੈ ਕਿਤੇ। ਚਲੋ ਬਾਪ ਦਾਦੇ ਪੜਦਾਦਿਆਂ ਦੇ ਕਾਰਨਾਮੇ ਮਹਾਨ, ਸਤਿਗੁਰੂ ਜੀ ਦੇ ਆਪਣੇ ਕਾਰਨਾਮੇ ਮਹਾਨ, ਪਰ ਔਲਾਦ ਦੇ ਕਾਰਨਾਮੇ, ਔਲਾਦ ਦੇ ਕਾਰਨਾਮੇ ਉਸ ਤੋਂ ਵੀ ਜ਼ਿਆਦਾ ਮਹਾਨ, ਕਿਉਂਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ। ਇੰਨੀਆਂ ਨਿੱਕੀਆਂ ਜਿੰਦਾਂ, ਇਤਨੀ ਛੋਟੀ ਉਮਰਾਂ ਤੇ ਕਾਰਨਾਮੇ ਐਸੇ। ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨਾ ਕੀਨ, ਧਰਮ ਰਾਖ ਕਲ ਸੌ ਗਏ, ਦਾਦੇ ਸੋ ਜਸਲੀਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਤੁਲਨਾ ਕਰ ਦਿੱਤੀ ਗਈ। ਦਾਦੇ ਵਰਗੇ ਨੇ, ਘੱਟ ਨਹੀਂ ਹਨ। ਜੇ ਦਾਦੇ ਨੇ ਸ਼ੀਸ਼ ਦੇ ਦਿੱਤਾ ਤੇ ਅਸੀਂ ਵੀ ਇਹ ਦੁਨਿਆਵੀ ਸੁੱਖਾਂ ਖਾਤਰ
सुंदर हूरां औरतां खातर, जागीरां खातर असी भी अपना सिर नहीं बचाउणा। असी दादे वांग सिद्धांतां ते शीश देना है, जानवार नहीं है। पर तरीका उही अपनाउणा है। दास जन्म तो शुरू होया है, जन्म जीवन ते मौत। याद रखना, जिस शान नाल गुरु तेग बहादुर साहब जी गए ने ना संसार तो, उसे शान नाल साहिबजादे गए ने। जन्म जो उस खानदान च लिया सी, दादे तो मिलिया भी विरासत चोक सी। ये पिछे शहीदी दिहाड़ा गुरु तेग बहादुर साहब जी का मनाया कि ऐसा होया नहीं सी कि 3 गुरु के जिगर दे टोटे प्यारे सिख शहीद होए पए ने सामने। आरे नाल चीर दिता गया है भाई मती दास जी नूं, भाई दयाला जी नूं उबाल दिता गया है पानी दे विच, रूह च वलेट के साड़ दिता गया सतीदास जी नूं। ते गुरु दे सामने खड़े होके काजी कोतवाल जल्लाद कहंदे ने, सोचदे ने डर गए होणगे ये शहादतां वेख के। पर इन्हां नूं की पता, जिस गुरु दे सिख नहीं डोलदे, गुरु कित्थे डोलेगा। काजी कहंदा मैं खानदानी काजी हां, मेरे बाप दादे परदादे इहो जे फतवे दिंदे आए ने, असीं छड्डांगे नहीं तुहानूं। कोतवाल कहंदा मैं खानदानी कोतवाल हां, जल्लाद कहंदा मैं खानदानी जल्लाद हां, मेरे बाप दादे परदादे भी यही कुछ करदे आए ने। गुरु तेग बहादुर साहब जी ने मुस्कुराउंदियां बड़े वजद च आके कमाल दी गल कही, कहा मालक वाहिगुरू जी ने कमाल दा सबब बनाया है। तू खानदानी काजी है, तू खानदानी कोतवाल है, तू खानदानी जल्लाद है, पर एक गल याद रखना, मैं भी खानदानी शहीद हां। मेरे अजदाद से मिला है मुझे विरसा शहादत का, मेरी औलाद को जागीर है जामे शहादत की, मेरी औलाद को जागीर है जामे शहादत की। मैनू विरसे च मेरे दादा गुरु गुरु अर्जन देव साहब जी तो यह कुछ मिलिया है, ते अगे मैं अपनी औलाद नू यह कुछ दे चलिया। याद रखना, तुहाडे खानदान विच काजी कोतवाल जल्लाद पैदा होने बंद हो जाणगे, पर मेरे खानदान च शहीद पैदा होने बंद नहीं होणगे। मेरे खानदान च शहीद पैदा होने बंद नहीं होणगे। वो विरासत, वो कुछ साहबजादियां ने कर विखाया। फतेह सिंह हर जगह ही फतेह, हर जगह ही जित। नाम विचार साहबजादियां दे कमाल ने। साहबजादा अजीत सिंह, जिन्हां नूं बाबा अजीत सिंह कहंदे आ, जिदन साहब गुरु गोबिंद सिंह साहब जी भंगाणी दा युद्ध जित के आए ते घर वड्डे पुत्र दा जन्म होया ते जित के आए सन ते नाम रखिया अजीत सिंह। ते जद साका चमकौर साहब वापर रहा सी, सिंह सूर में जाना हूल के लखां दी तादाद नाल लड़ रहे सन, उदों बाबा अजीत सिंह जी सामने आ जाते ने साहब गुरु गोबिंद सिंह साहब जी दे, ते बीर आसन ला के हथ जोड़ के कहंदे ने, गुरु पिता जी मैनू भी जंग दे मैदान च जाण दी आग्या बख्शो, हुक्म बख्शो। आग्या मालक वाहिगुरू जी दी, आग्या गुरु दी। ओही मन्नेगा जिन्हें इस भेत नूं समझ लिया है, ते जो उस भेत नूं समझ लैंदा है वो मौत दे डर तो बहुत उपर उठ जाता है। और सतगुरु यही कह रहे हैं, आग्या दुख सुख सब कीने, दुख ते सुख मालक वाहिगुरू जी ने सारे अपने हुक्म च कीते ने। ते साडी की समझ है कि असी किंतु परंतु कर सकीए। वाहिगुरू जी तो उच्ची समझ तो साडी नहीं है, गुरु तो उच्ची समझ तो साडी नहीं है। आग्या बख्शो। साहब गुरु गोबिंद सिंह साहब जी ने कहा, अजीत सिंह आग्या है तैनू जंग दे मैदान च जाण दी, पर एक गल चेते रखी,
युद्ध जित के आए सां, तेरा जन्म होया सी, तेरा नाम रखिया सी अजीत सिंह। जंग दे मैदान च तेरी छाती उत्ते जितने मर्जी वार होण, पर तेरी पिठ उत्ते एक भी वार नहीं होना चाहिदा। किते कोई ये ना कह सके कि गुरु तेग बहादुर साहब जी का पोता गुरु गोबिंद सिंह साहब जी का पुत्र पिठ विखा के दौड़ रहा सी। ते पता की जवाब दिता? हथ जोड़ के कहन लगे, गुरु पिताजी तुसी मैनू नाम अजीत सिंह दिता है, नाम का अजीत हूं, जीता ना जाऊंगा, जीता तो खैर हार के जीता ना आऊंगा। तुसी मैनू अजीत सिंह नाम दिता है, मैं किस तरह किसी तो जितया जा सकदा? जे मैं जित गया तां ठीक है, हार के जिंदा वापस नहीं आवांगा। जिहड़ा सन्मुख लड़ के शहीदी प्राप्त कर जावे, जंग दे मैदान च उहनूं कदी कोई जित नहीं सकदा। अजीत सिंह जो अजित है, जिन्हों कोई जित नहीं सकता। ते सतगुरु गुरु गोबिंद सिंह साहब जी ने उस स्पिरिट, वो जज्बा ਸਿੰਘਾਂ ਦੇ अंदर भरिया, अजीत सिंह नाम दे के। ते अजित वो ही हो सकता है जो जूझे रण दे मैदान विच, जुझारू। ये नहीं कि मौका पैण ते पिठ विखा के दौड़ जावे, नहीं, जूझना है, अंत तक जूझना है। ते फिर जुझार सिंह नाम दे दिता। ते जूझेगा वही जो जोरावर होवेगा। ये नहीं कि अज गुरु नानक दे दरबार तो, गुरु गोबिंद सिंह साहब जी दे दरबार तो बेअंत रहमतां बरकतां सानू मिल गईयां होण, अज पैलियां जमीनां दे रेट इन्ने वध गए होण कि बैठे बिठा करोड़ां दे मालक बन गए होइए। अरदासां कर करके वपार मंगे, जमीन जायदादां मंगियां, सुख मंगे, गुरु ने दिते। सारियां रहमतां लैके असी वड्डी रहमत गुरु दी कृपा तो वांझे हो गए हैं। कदी ओहो जिहा जज्बा साडे अंदर पैदा होया कि सिख नौजवान बच्चियां ने कमजोर नहीं रहना, कमजोरी एक कौमी गुनाह है। गुरु हरगोबिंद साहब सतगुरु जी ने कह दिता सी, ये बर्दाश्त नहीं किया जा सकता, क्योंकि एक एक नौजवान, एक एक सिख जे कमजोर होंदा ते कौम कमजोर हुंदी है। अज नशिया ने खा लिया, किथे जज्बा बई असी बलवान बणीए, वो ताकत पैदा करिए। गुरु के साहबजादियां दे नाम केवल नाम नहीं हैं, जिस तरह वाहिगुरु जी दे नाम केवल नाम नहीं हैं, किसी ना किसी गुण दे समूलक ने, संकेतक ने। बाबा अजीत सिंह जी का नाम इस गल का संकेतक है कि गुरु के सिंघा तू हमेशा अजित रहना है, तेनू कोई जित ना सके। छोटे छोटे लोभ लालच दे के, छोटे छोटे लोभ लालच दे के तेरे सिੱਖੀ सिद्धांतां ਨੂੰ कोई खरीद ना लवे। तू हर मैदान दे च जित प्राप्त करनी है, अजित रहना है, तेनों कोई जित ना सके, तो उहदे लई जूझना पेगा। ते जूझण दा संकेतक है नाम बाबा जुझार सिंह दा। ते जूझेगा वही, कमजोर बंदा नहीं जूझ सकता, जूझेगा वही जो जोरावर है, जिहदे शरीर च बाहां विच बल है, ताकत है। ते जद ये तीन गल्लां इकट्ठियां हो जांदियां ने, अजित रहण दा जज्बा, जूझण दा जज्बा ते नाल जूझण वाली शक्ति भी कोल, शरीर कमजोर नहीं बलवान है, उदों फिर हर पासे फतेह ही फतेह हो जाती है। ते बाबा फतेह सिंह जी का नाम है संकेतक इस गल का कि गुरु के सिंघा तू फतेह केवल विखावे लिए नहीं बुलाउणी, तू फतेह दे अंदर जो गुरु ने जज्बा दिता उन्होंने भी समझना है। वाहिगुरु जी का खालसा, वाहिगुरु जी की
ਫਤਿਹ। ਤੇ ਜਦ ਖਾਲਸਾ ਹੀ ਵਾਹਿਗੁਰੂ ਦਾ ਹੈ ਤੇ ਫਿਰ ਤੂੰ ਜਾਣਦਾ ਕਿਉਂ ਨਹੀਂ ਕਿ ਹਰ ਵੇਲੇ ਵਾਹਿਗੁਰੂ ਮੇਰੇ ਨਾਲ ਹੈ? ਤੇ ਜੇ ਤੂੰ ਇਸ ਗੱਲ ਨੂੰ ਸਮਝ ਲਵੇ ਹਰ ਵੇਲੇ ਵਾਹਿਗੁਰੂ ਮੇਰੇ ਨਾਲ ਹੈ, ਤੂੰ ਬੇਅੰਤ ਮਾੜੇ ਕਰਮਾਂ ਤੋਂ ਬਚ ਜਾਵੇਂਗਾ ਜਦ ਵਾਹਿਗੁਰੂ ਹੀ ਨਾਲ ਹੈ। ਤੁਸੀਂ ਵੇਖਦੇ ਹੋ ਇੱਕ ਬੱਚਾ ਹੈ, ਬਹੁਤੇ ਬੱਚੇ 4 ਪੁੱਤਰ ਹੁੰਦੇ ਨੇ ਇੱਕ ਘਰ ਦੇ ਵਿੱਚ, ਪਰ ਜਿਹੜਾ ਬੱਚਾ ਪਿਤਾ ਦੀ ਸੰਗਤ ਵਿੱਚ ਜ਼ਿਆਦਾ ਰਹਿੰਦਾ ਹੈ ਉਹ ਕਈ ਮਾੜੀ ਆਦਤਾਂ ਤੋਂ ਬਚ ਜਾਂਦਾ ਹੈ। ਆਮ ਜੀਵਨ ਦੀ ਵੀ ਹਕੀਕਤ ਹੈ, ਪਿਤਾ ਦਾ ਤਜਰਬਾ ਹੁੰਦਾ ਹੈ। ਜੋ ਮਾੜੀਆਂ ਆਦਤਾਂ ਕਈ ਵਾਰੀ ਉਹਨੇ ਆਪਣੇ ਜੀਵਨ ਵਿੱਚ ਵੀ ਅਪਣਾ ਲਈਆਂ ਹੁੰਦੀਆਂ ਨੇ ਨਾ, ਪਰ ਉਹਨੂੰ ਪਤਾ ਹੁੰਦਾ ਇਹਦੇ ਨਾਲ ਨੁਕਸਾਨ ਹੁੰਦਾ ਹੈ, ਤੇ ਉਹ ਹਰ ਵੇਲੇ ਆਪਣੇ ਬੱਚੇ ਨੂੰ ਉਸ ਤੋਂ ਬਚਾਉਣਾ ਚਾਹੁੰਦਾ ਹੈ। ਚੰਗਾ ਪਿਤਾ ਇਹੀ ਕਰਦਾ ਹੈ। ਤੇ ਉਸ ਤੋਂ ਚੰਗਾ ਪਿਤਾ ਜੋ ਹੈ ਉਹ ਤੇ ਐਗਜ਼ਾਮਪਲ ਬਣਦਾ, ਉਦਾਹਰਣ ਬਣਦਾ ਹੈ ਆਪਣੇ ਬੱਚਿਆਂ ਦੇ ਲਈ। ਬਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਦਾਹਰਣ ਸਨ, ਅਸੀਂ ਨਹੀਂ ਹਾਂ। ਸਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ ਗੁਰੂ ਦੇ ਸਾਹਮਣੇ, ਪੰਥ ਦੇ ਸਾਹਮਣੇ। ਵਾਕਈ ਚ ਜੇ ਅਸੀਂ ਘਰ ਦੇ ਚ ਸ਼ਰਾਬ ਦੀਆਂ ਬੋਤਲਾਂ ਖੋਲ ਕੇ ਬੈਠਾਂਗੇ ਰਾਤ ਵੇਲੇ, ਜੇ ਅਸੀਂ ਆਪ ਦਾੜੀਆਂ ਕੇਸ ਮੰਨਾਂਗੇ, ਤੇ ਫਿਰ ਬੱਚਿਆਂ ਲਈ ਕੀ ਅਸੀਂ ਐਗਜ਼ਾਮਪਲ ਸਾਹਮਣੇ ਰੱਖਾਂਗੇ? ਕੁਝ ਐਸੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਬਰਕਤਾਂ ਹੋਣੀਆਂ ਚਾਹੀਦੀਆਂ। ਸਿੱਖ ਦੇ ਘਰ ਦੇ ਅੰਦਰ ਤੁਸੀਂ ਐਂਟਰ ਹੋ ਤੇ ਸਿੱਖੀ ਨਜ਼ਰ ਆਵੇ। ਬੇਸ਼ੱਕ ਨੰਗੀਆਂ ਮੂਰਤਾਂ, ਨੰਗੀਆਂ ਤਸਵੀਰਾਂ ਨਜ਼ਰ ਨਾ ਆਣ, ਸ਼ਰਾਬ ਦੀਆਂ ਬੋਤਲਾਂ ਨਾ ਸਜੀਆਂ ਹੋਣ, ਕੁਝ ਸਿੱਖੀ ਸਰੂਪ ਦੇ ਐਸੇ ਮਾਡਲ ਸਾਹਮਣੇ ਆਉਣ। ਉਹ ਸਿੰਘ ਸੂਰਮੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਵਰਗੇ, ਉਹ ਸਿੰਘ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦੀ, ਬਾਬਾ ਬਘੇਲ ਸਿੰਘ ਵਰਗਿਆਂ ਦੀ ਤਸਵੀਰਾਂ ਨਜ਼ਰ ਆਉਣ। ਕੀ ਲਾਭ ਹੋਵੇਗਾ? ਕਰੋੜਾਂ ਅਰਬਾਂ ਖਰਚ ਕੇ ਤੁਸੀਂ ਕਿਸੇ ਦੁਨਿਆਵੀ ਚਿੱਤਰਕਾਰ ਦੀ ਇੱਕ ਤਸਵੀਰ ਲਿਆ ਕੇ ਦੀਵਾਰ ਦੇ ਸਾਹਮਣੇ ਟੰਗ ਦਿੱਤੀ, ਪਰ ਨਗਨ ਸ਼ਰੀਰ ਦੀ ਕੀ ਉਦਾਹਰਣ ਪੇਸ਼ ਹੋਵੇਗਾ? ਉਦਾਹਰਣ ਤਾਂ ਪੇਸ਼ ਹੋਵੇਗਾ ਉਹ ਜੋ ਬੇਟੀਆਂ, ਉਹ ਮਾਵਾਂ ਜਿਨ੍ਹਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਟੋਟੇ ਕਰਕੇ ਤੇ ਗਲਾਂ ਚ ਪਵਾ ਲੈ, ਗੋਦ ਚ ਪਵਾ ਲੈ, ਨੇਜਿਆਂ ਦੇ ਸਾਹਮਣੇ ਪਰੋ ਦਿੱਤੇ ਗਏ ਬੱਚੇ, ਪਰ ਆਪਣੇ ਧਰਮ ਤੋਂ ਇਨਕਾਰੀ ਨਹੀਂ ਹੋਈਆਂ। ਉਹ ਸਿੱਖੀ ਸਰੂਪ ਦੇ ਇਹੋ ਜਿਹੇ ਬਾਣੇ ਨਜ਼ਰ ਆਉਣ ਘਰ ਦੇ ਵਿੱਚੋਂ, ਬੱਚਿਆਂ ਦੇ ਅੰਦਰ ਜਜ਼ਬਾ ਪੈਦਾ ਹੋਵੇ, ਸੋਹਣੀਆਂ ਦਸਤਾਰਾਂ। ਫਿਰ ਅਸੀਂ ਕਦੀ ਐਸਾ ਨਾ ਵੇਖੀਏ ਕਿ ਗੱਡੀਆਂ ਦੇ ਪਿੱਛੇ ਲਿਖਿਆ ਹੋਵੇ ਪੁੱਤ ਜੱਟਾਂ ਦੇ, ਪੁੱਤ ਤਰਖਾਣਾ ਦੇ, ਪੁੱਤ ਭਾਪਿਆਂ ਦੇ, ਪੁੱਤ ਰਵਿਦਾਸੀਆਂ ਦੇ। ਨਹੀਂ, ਕਿਤੇ ਲਿਖਿਆ ਹੋਵੇ ਪੁੱਤ ਗੁਰੂ ਗੋਬਿੰਦ ਸਿੰਘ ਜੀ ਦੇ। ਪਰ ਤਾਂ ਲਿਖਵਾ ਸਕਾਂਗੇ ਨਾ। ਉਹ ਅੰਦਰ ਦੀ ਗੱਲ ਤਾਂ, ਅੰਦਰ ਦੀ ਸਿੱਖੀ ਤੇ ਬਹੁਤ ਦੂਰ ਦੀ ਗੱਲ ਹੈ। ਘੱਟੋ ਘੱਟ ਬਾਹਰੀ ਸਿੱਖੀ ਸਰੂਪ ਤਾਂ ਸੰਭਾਲ ਲਈਏ ਜੋ ਗੁਰੂ ਨੇ ਦਿੱਤਾ। ਅਸੀਂ ਧੋਖਾ ਪਤਾ ਕਦ ਖਾਉਂਦੇ ਹਾਂ? ਜਦ ਸੋਚਦੇ ਹਾਂ ਫਲਾਣਾ ਕਥਾਵਾਚਕ ਕਹਿ ਰਿਹਾ ਸੀ। ਨਹੀਂ, ਕਥਾਵਾਚਕ ਨਹੀਂ ਕਹਿ ਰਿਹਾ, ਗੁਰੂ ਕਹਿ ਰਿਹਾ ਹੈ, ਵਾਹਿਗੁਰੂ ਕਹਿ ਰਿਹਾ ਹੈ। ਵਾਹਿਗੁਰੂ ਨਾਲ ਹੀ ਸਮਝੌਤਾ ਕਰ ਲੈ, ਜਾਂ ਉਹ ਚਿਹਰੇ ਤੇ ਦਾੜਾ ਦਵੇ ਨਾ, ਜਾਂ ਤੂੰ ਕਟਵਾ ਨਾ, ਜਾਂ ਉਹ ਕੇਸ ਦਵੇ ਨਾ, ਜਾਂ ਤੂੰ ਕਟਵਾ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਉਹੀ ਕਿਹਾ ਜੋ ਵਾਹਿਗੁਰੂ ਨੇ ਦਿੱਤਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਉਹ ਸਰੂਪ ਵੇਖਣਾ ਚਾਹਿਆ ਜੋ ਵਾਹਿਗੁਰੂ ਨੇ ਦਿੱਤਾ ਸੀ, ਤੇ ਆਪ ਅਪਣਾਇਆ। ਇਹ ਨਹੀਂ ਕਿ ਸਾਨੂੰ ਕਹਿ ਦਿੱਤਾ, ਆਪ ਅਪਣਾਇਆ। ਉਹੋ ਜਿਹਾ ਰੂਪ ਉਹਨਾਂ ਪੁੱਤਰਾਂ ਨੇ ਅਪਣਾਇਆ, ਤੇ ਤਾਂ ਹੀ ਕਹਿ ਦਿੱਤਾ ਨਾ, ਤੁਲਨਾ
ਦਾਦੇ ਨਾਲ ਕਰ ਦਿੱਤੀ ਗਈ, ਤੁਲਨਾ ਪਿਤਾ ਨਾਲ ਕੀਤੀ ਜਾ ਰਹੀ ਹੈ। ਧੰਨ ਨੇ ਗੁਰੂ ਦੇ ਪੁੱਤਰ, ਘੱਟ ਥੋੜਾ ਨੇ ਪਿਤਾ ਤੋਂ। ਪਰ ਕਦ ਕੀਤੀ ਜਾਵੇਗੀ ਤੁਲਨਾ? ਜਦ ਪਿਤਾ ਦਾ ਸਰੂਪ ਪੁੱਤਰ ਵਿੱਚੋਂ ਨਜ਼ਰ ਆਵੇਗਾ। ਅੱਜ ਜਨਮ ਦਿਹਾੜਾ ਹੈ ਬਾਬਾ ਫਤਿਹ ਸਿੰਘ ਜੀ ਦਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਦਰ ਫਤਿਹ ਦਾ ਜਜ਼ਬਾ ਐਸਾ ਸੀ, ਹਰ ਜੰਗ ਦੇ ਚ ਫਤਿਹ ਹਾਸਲ ਕਰਨੀ। ਤੇ ਬਾਬਾ ਫਤਿਹ ਸਿੰਘ ਜੀ ਕਹਿੰਦੇ, ਗੁਰੂ ਪਿਤਾ ਜੀ ਉਮਰ ਮੇਰੀ ਛੋਟੀ ਹੈ ਤਾਂ ਕੀ ਹੋਇਆ, ਫਤਿਹ ਹਾਸਲ ਕਰਕੇ ਵਿਖਾਵਾਂਗਾ। ਪਰ ਸਰੂਪ ਦੀ ਗੱਲ ਪਹਿਲਾਂ ਕਰ ਲਈਏ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੋਲ ਬਾਣੀ ਦੇ, ਪਿਤਾ ਹਮਾਰੇ ਪ੍ਰਗਟੇ ਮਾਝ, ਪਿਤਾ ਪੂਤ ਰਲ ਕੀਨੀ ਸਾਂਝ। ਪਿਤਾ ਮੇਰੇ ਅੰਦਰੋਂ ਪੈਦਾ ਹੋ ਗਿਆ। ਕੀ ਐਸਾ ਹੋ ਸਕਦਾ? ਇਹ ਤਾਂ ਹਮੇਸ਼ਾ ਹੀ ਸੁਣਦੇ ਆ ਕਿ ਪਿਤਾ ਵਿੱਚੋਂ ਪੁੱਤਰ ਜਨਮ ਲੈਂਦਾ ਹੈ, ਪਰ ਇਹ ਕਿਹੋ ਜਿਹੀ ਖੇਡ ਹੋਈ ਕਿ ਪੁੱਤਰ ਵਿੱਚੋਂ ਪਿਤਾ ਜਨਮ ਲੈ ਲਵੇ? ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ ਐਸਾ ਵੀ ਹੁੰਦਾ ਹੈ। ਤੁਸੀਂ ਵੇਖਦੇ ਹੋ, ਕੋਈ ਤੁਹਾਡਾ ਸੱਜਣ ਮਿੱਤਰ ਕਈ ਸਾਲਾਂ ਤੋਂ ਤੁਹਾਡੇ ਤੋਂ ਵਿਛੜ ਗਿਆ, 15-20 ਸਾਲ 25 ਸਾਲ ਹੋ ਗਏ, ਅਚਾਨਕ ਕਿਤੇ ਮੁਲਾਕਾਤ ਹੋ ਗਈ ਇੱਕ ਨੌਜਵਾਨ ਨਾਲ। ਜਦੋਂ ਉਹਨੂੰ ਵੇਖਿਆ ਤੇ ਵੇਖਦਿਆਂ ਹੀ ਇੱਕਦਮ ਉਹ ਝਲਕਾਰਾ ਪਿਆ ਵੀ ਇਹ ਤੇ ਉਹ। ਫਿਰ ਸੋਚਿਆ ਉਹ ਜਵਾਨ ਥੋੜਾ ਹੋ ਸਕਦਾ ਹੈ। ਤੇ ਬੰਦਾ ਪਤਾ ਕੀ ਕਰਦਾ ਹੈ, ਪੁੱਛ ਲੈਂਦਾ ਤੂੰ ਫਲਾਣੇ ਦਾ ਪੁੱਤਰ ਹੈ, ਤੂੰ ਗੁਰਮੁਖ ਸਿੰਘ ਦਾ ਪੁੱਤਰ ਹੈ? ਅਗਲਾ ਹੈਰਾਨ ਹੋ ਕੇ ਕਹਿੰਦਾ ਹਾਂ, ਤੁਹਾਨੂੰ ਕਿਸ ਤਰ੍ਹਾਂ ਪਤਾ? ਤੇ ਤੁਸੀਂ ਕਹਿੰਦੇ ਹੋ ਤੁਹਾਡੇ ਵਿੱਚੋਂ ਤੇਰਾ ਪਿਤਾ ਦਿਖਦਾ ਹੈ, ਤੇਰੇ ਵਿੱਚੋਂ ਤੇਰਾ ਪਿਤਾ ਦਿਖਦਾ ਹੈ। ਉਹੀ ਬੋਲ ਚਾਲ, ਉਹੋ ਜੀ ਸ਼ਕਲ ਸੂਰਤ, ਉਹੋ ਜਿਹਾ ਸਰੂਪ। ਬਸ ਇਹੀ ਗੱਲ, ਸਾਡੇ ਵਿੱਚੋਂ ਸਾਡਾ ਪਿਤਾ ਦਿਸੇ, ਸਾਡੇ ਵਿੱਚੋਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਿਸਣ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਅੰਦਰ ਦੀ ਖਾਲਸ ਸਿੱਖੀ ਉਹ ਬਹੁਤ ਦੂਰ ਦੀ ਗੱਲ ਹੈ। ਪਰ ਕਈ ਵਾਰੀ ਇਹ ਹੁੰਦਾ ਹੈ, ਜੇ ਤੁਸੀਂ ਬਾਹਰ ਦਾ ਸਰੂਪ ਸੰਭਾਲੋ ਤੇ ਅੰਦਰ ਵੀ ਕਿਤੇ ਉਹ ਰੋਜ਼ ਪੱਕਾ ਹੋਣਾ ਆਰੰਭ ਹੋ ਜਾਂਦਾ ਹੈ। ਪਰ ਬਾਹਰ ਦਾ ਤਿਆਗ ਦਿਓ ਤੇ ਅੰਦਰ ਤਾਂ ਵੈਸੇ ਹੀ ਨਹੀਂ ਰਹਿਣਾ। ਪਿਤਾ ਹਮਾਰੇ ਪ੍ਰਗਟੇ ਮਾਝ, ਪਿਤਾ ਪੂਤ ਰਲ ਕੀਨੀ ਸਾਂਝ। ਪਤਾ ਹੈ ਪਿਤਾ ਵਾਲਾ ਰੂਪ ਪੁੱਤਰ ਨੂੰ ਕਦ ਹਿੱਸੇ ਚ ਆਉਂਦਾ ਹੈ? ਜਦੋਂ ਪਿਤਾ ਨਾਲ ਸਾਂਝ ਰੱਖਦਾ ਹੈ, ਪਿਤਾ ਦਾ ਸੁਭਾਅ ਅਪਣਾਉਂਦਾ ਹੈ, ਪਿਤਾ ਦੀ ਗੱਲ ਮੰਨਦਾ ਹੈ, ਪਿਤਾ ਦੇ ਨਾਲ ਉੱਠਦਾ ਬੈਠਦਾ ਹੈ। ਉਹਦੇ ਲਈ ਪਿਤਾ ਰੋਲ ਮਾਡਲ ਵਾਂਗ ਹੁੰਦਾ ਹੈ। ਚਾਰ ਸਾਹਿਬਜ਼ਾਦਿਆਂ ਲਈ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਉਂ ਸਨ, ਪਿਤਾ ਨਾਲ ਸਾਂਝ ਰੱਖਦੇ ਸਨ, ਪਿਤਾ ਦੀ ਆਗਿਆ ਮੰਨਦੇ ਸਨ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਸਰੂਪ ਸਾਹਿਬਜ਼ਾਦਿਆਂ ਕੋਲ ਆ ਗਿਆ। ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਅੰਦਰ, ਜੋਰਾਵਰ ਸਿੰਘ ਜੀ ਦੇ ਅੰਦਰ ਉਹ ਜੁਰਤ ਆ ਗਈ ਜੋ ਪਿਤਾ ਵਾਲੀ ਸੀ। ਪਿਤਾ ਨਹੀਂ ਘਬਰਾਉਂਦੇ ਔਰੰਗਜ਼ੇਬ ਦੇ ਸਾਹਮਣੇ, ਪਿਤਾ ਨਹੀਂ ਘਬਰਾਉਂਦੇ ਕਿਸੇ ਦੁਨਿਆਵੀ ਝੂਠੀ ਸ਼ਕਤੀ ਦੇ ਸਾਹਮਣੇ, ਤੇ ਉਹ ਕਿਤੇ ਘਬਰਾਉਂਦੇ ਨੇ। ਕਹਿ ਦਿੱਤਾ ਗਿਆ ਨੀਹਾਂ ਦੇ ਚ ਚਿਣ ਦਾਂਗੇ, ਕਹਿ ਦਿੱਤਾ ਗਿਆ ਕਤਲ ਕਰ ਦਾਂਗੇ, ਨੰਗੀਆਂ ਤਲਵਾਰਾਂ ਵਿਖਾ ਰਹੇ ਨੇ। ਪਰ ਪਤਾ ਸਾਹਿਬਜ਼ਾਦੇ ਕੀ ਕਹਿੰਦੇ ਨੇ? ਸੋਹਣਾ ਲਿਖਿਆ ਹੈ, ਸੱਚ ਕਦ ਡਰਦਾ ਹੈ ਤਲਵਾਰਾਂ ਤੋਂ, ਸੱਚ ਕਦ ਡਰਦਾ ਹੈ ਲਲਕਾਰਾਂ ਤੋਂ, ਸੱਚ ਕਦ ਡਰਦਾ ਹੈ ਦੀਵਾਰਾਂ ਤੋਂ। ਇਤਨਾ ਤੇ ਦਾਸ ਨੇ ਪੜਿਆ ਸੀ ਤੇ ਇੱਕ ਲਾਈਨ ਦਾਸ ਨੇ ਇਹਦੇ ਨਾਲ ਜੋੜੀ, ਸੱਚ ਤਾਂ ਨਿਭਦਾ ਹੈ ਸੱਚਿਆਰਾਂ ਤੋਂ। ਸੱਚ ਕਦ ਡਰਦਾ ਹੈ ਤਲਵਾਰਾਂ ਤੋਂ, ਸੱਚ ਕਦ ਡਰਦਾ ਹੈ ਲਲਕਾਰਾਂ ਤੋਂ, ਸੱਚ ਕਦ ਡਰਦਾ ਹੈ ਦੀਵਾਰਾਂ ਤੋਂ,
सच तां निभदा है सचियारां तो। बेशक गुस्ताखी जिन्हें लिखिया होणगियां अगलियां लाइनां, वो सोचे क्यों, पर दास नूं इउं महसूस होया इउं तां ओही कर सकदे ने जो असल सच ते टिकदे ने, सचियार ही निभा सकदे ने। सचियार कौन ने? जिन्हां ने सच नूं पकड़िया, उन्हां दे डर मुक गए, उन्हां लई अवस्था बन गई आग्या दुख सुख सब कीने, अमृत नाम बिरले ही चीने विरले सन। जिन्हां ने नाम नूं समझिया ताकी कीमत कहण ना जाई, जत कत ओही समावना। वो कीमत तां कही नहीं जा सकदी, मालक वाहिगुरू जी दे नाम दा मुੱਲ तां पै ही नहीं सकदा, ते जिहड़ा ਉਹਦੇ नाम नूं समझ लैंदा है ਉਹ भी इतना मोलक हुंदा कि ਉਹਦਾ भी मुੱਲ नहीं पै सकदा। तां ही तां मुੱਲ नहीं पाया जा सकिया ਸਾਹਿਬਜ਼ਾਦਿਆਂ ਦਾ। कोई खरीद सकिया उन्होंने? जगीरां दे के, राज भाग दे के, हीरे जवाहरात सोने दे के कोई खरीद सकिया? नहीं। शहीदी प्राप्त की उन्होंने, क्योंकि अगे शहीदी दिहाड़े भी आ रहे हैं। जन्म जीवन मौत तो सारे दे हिस्से आउंदी है, पर जीवन जी के कोई किस तरह गया है? साहिबजादियां वांग निक्कियां जिंदा वड्डे साके। देखो चार शब्द ना बहुत नेड़े ने एक दूजे दे, कतल, कातल, मकतूल ते मकतल। कतल, कतल करन दी क्रिया, किस तरह कतल किया जा रहा है। हुण ये साहिबजादे जद गए ने, तुसी देखो कातल कोल मकतूल आप चल के जा रहा है, ते कतल करन दी क्रिया गुरु के साहिबजादियां नूं, गुरु तेग बहादुर साहब जी नूं, गुरु अर्जन देव साहब जी नूं, सिखां सिंघां नूं, वो जो शहीद करन दी क्रिया सी ना, वो बड़ी दर्दनाक हुंदी सी, रूह कंबा देने वाली हुंदी सी। ते जगह भी कायर ऐसी चुनते हुंदे सी कि जिथे किसी होर दी पहुंच ना होवे। पर साहिबजादे डोले थोड़ा ने कि राज इन्हां दा, सिपाही इन्हां दे तलवारां ने बड़ी शान नाल गए। सुंदर लिखिया है ना, यह जान तो आनी जानी है, इस जान की कोई बात नहीं, किस ताज से कोई मकतल में गया, वो शान सलामत रहती है। मकतल वो जगह, शहीद होने लई किस शान नाल साहिबजादे जा रहे ने, वो शान अज तक कायम है। ते उस शान ने उस फतेहगढ़ साहब नूं उसार के रख दिता। साहिबजादा फतेह सिंह दा जन्म ही नहीं, जीवन भी उत्थे इउं लिशकारे मार रहा, ते उस तो बाद जो मौत भी है एक शान नाल नजर आउंदी है। जिस तरह साहिबजादां दे सामने वो मौत भी तरले लैंदी नजर आउंदी है। कहंदे दुनिया मरदी है, कोई इउं भी मरे, दुनिया जन्मदी है, कोई जन्म इउं भी लवे। ये साहिबजादियां तो जज्बा मिलिया। पिछे दिल्ली से गुरुद्वारा प्रबंधक कमेटी वालों एक सैमीनार रखा गया, सिख जरनैल जस्सा सिंह आहलूवालिया दे जीवन उत्ते। ते दास उस दिन पढ़ रहा सी कि जस्सा सिंह आहलूवालिया जद वड्डा घल्लूघारा होया, उदों कहंदे जस्सा सिंह आहलूवालिया आगू सन। विद्वान लिखते ने
ਹਜ਼ਾਰਾਂ ਦੀ ਤਾਦਾਦ 50,000 ਦੇ ਕਰੀਬ ਲੋਕ ਕਹਿੰਦੇ ਨੇ ਤੇ ਸ਼ਹੀਦੀਆਂ ਪ੍ਰਾਪਤ ਕਰ ਗਏ। 40,000 ਸ਼ਹੀਦੀਆਂ ਹਜ਼ਾਰਾਂ ਦੀ ਤਾਦਾਦ ਵਿੱਚ। ਤੇ ਕਹਿੰਦੇ ਸਿੰਘ ਤੁਰਦੇ ਸਨ ਤੇ ਲੜਦੇ ਸਨ, ਫਿਰ ਤੁਰਦੇ ਸਨ, ਫਿਰ ਲੜਦੇ ਸਨ। ਕਿਸ ਤਰ੍ਹਾਂ? ਕਿਉਂਕਿ ਘੇਰੇ ਦੇ ਚ ਬੱਚੀਆਂ, ਭੈਣਾਂ, ਬੱਚੇ, ਬਜ਼ੁਰਗ ਉਹਨਾਂ ਨੂੰ ਲੈ ਕੇ ਚੱਲ ਰਹੇ ਸਨ। ਉਹਨਾਂ ਨੂੰ ਬਚਾਉਣਾ ਵੀ ਸੀ ਤੇ ਨਾਲ ਦੁਸ਼ਮਣ ਨਾਲ ਮੁਕਾਬਲਾ ਵੀ ਕਰਨਾ ਸੀ। ਇਉਂ ਕਿਹਾ ਜਾਂਦਾ ਸੀ ਕਿ ਜਿਸ ਤਰ੍ਹਾਂ ਸਿੱਖ ਕੌਮ ਨੂੰ ਖਤਮ ਹੀ ਕਰ ਦਿੱਤਾ ਗਿਆ ਅੱਜ। ਉਦੋਂ ਦੀ ਗੱਲ ਕਹਿੰਦੇ ਜਦ 40,000 ਸਿੰਘ ਸ਼ਹੀਦ ਹੋ ਗਏ ਨੇ ਤੇ ਉੱਥੇ ਜੱਸਾ ਸਿੰਘ ਆਹਲੂਵਾਲੀਆ ਫਿਰ ਸ਼ੁਕਰਾਨੇ ਦੀ ਅਰਦਾਸ ਕਰ ਰਹੇ ਨੇ। ਤੇ ਜਦ ਇਹ ਜੰਗ ਚੱਲ ਰਹੀ ਸੀ ਤੇ ਉਦੋਂ ਕਹਿੰਦੇ ਇੱਕ ਬਜ਼ੁਰਗ ਸਰਦਾਰ ਨੇ ਆਵਾਜ਼ ਮਾਰ ਕੇ ਜੱਸਾ ਸਿੰਘ ਨੂੰ ਇੱਕ ਗੱਲ ਕਹੀ ਵੀ ਸੀ, ਚੜਤ ਸਿੰਘ ਨੇ, ਕਿ ਵੀ ਮਿਸਲਾਂ ਵੰਡ ਲਈਏ, ਆਪਣੇ ਆਪਣੇ ਤਰੀਕੇ ਨਾਲ ਲੜੀਏ ਇਹਨਾਂ ਦੇ ਨਾਲ। ਤੇ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਸੀ, ਮਿਸਲ ਵੰਡ ਅਬ ਕਬਹ ਨਾ ਕੀਜੈ, ਰਲ ਮਿਲ ਖੜ ਤੁਰ ਪੰਥ ਰੱਖ ਲੀਜੇ। ਕਹਿੰਦੇ ਹੁਣ ਪੰਥ ਨੂੰ ਬਚਾਉਣਾ ਹੈ, ਇਹ ਮਿਸਲਾਂ ਦੀ ਵੰਡ ਜਾਂ ਵੰਡਣ ਦੀ ਗੱਲ ਨਾ ਕਰੋ। ਅੱਜ ਵੀ ਲੋੜ ਹੈ, ਅੱਜ ਵੀ ਪੰਥ ਦੇ ਚ ਏਕਤਾ ਦੀ ਲੋੜ ਹੈ। ਅੱਜ ਵੀ ਅਸੀਂ ਵੰਡੀਆਂ ਨਾ ਪਾਈਏ, ਇੱਕ ਹੋ ਕੇ ਤੁਰੀਏ। ਕਹਿੰਦੇ ਜੱਸਾ ਸਿੰਘ ਨੇ 40,000 ਸਿੰਘ ਸ਼ਹੀਦ ਹੋਏ ਪਏ ਨੇ। ਉੱਥੇ ਵੀ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਫੇਰ ਜੰਗ ਹੋ ਰਹੀ ਹੈ ਤੇ ਲੜਦਿਆਂ ਕਹਿੰਦੇ ਘੇਰੇ ਚ ਆ ਗਏ ਜੱਸਾ ਸਿੰਘ ਆਹਲੂਵਾਲੀਆ ਤੇ ਗੁਰਮੁਖ ਸਿੰਘ ਹੁੰਦੇ ਸਨ ਇਹਨਾਂ ਦੇ ਬਾਡੀਗਾਰਡ। ਗੁਰਮੁਖ ਸਿੰਘ ਨੇ ਸੋਚਿਆ ਕਿ ਸਰਦਾਰ ਜੱਸਾ ਸਿੰਘ ਜੀ ਘਿਰ ਗਏ ਨੇ ਤੇ ਲੀਡਰ ਨੇ, ਆਗੂ ਨੇ, ਤੇ ਜੇ ਕਿਤੇ ਇਹ ਮਾਰੇ ਗਏ ਤੇ ਫਿਰ ਸਿੱਖ ਕੌਮ, ਸਿੱਖ ਫੌਜ ਦੇ ਵਿੱਚ ਕਿਤੇ ਭਗਦੜ ਮਚ ਜਾਵੇਗੀ ਜਾਂ ਹਿਲ ਜਾਣਗੇ ਸਿੰਘ ਸੂਰਮੇ। ਲੀਡਰ ਕਾਇਮ ਰਹਿਣਾ ਚਾਹੀਦਾ ਹੈ, ਇਹ ਸੋਚ ਕੇ ਤੇ ਗੁਰਮੁਖ ਸਿੰਘ ਨੇ ਘੋੜੇ ਨੂੰ ਪਿੱਛੋਂ ਸੋਟੀ ਮਾਰਨੀ ਚਾਹੀ ਤਾਂ ਕਿ ਘੋੜਾ ਇਸ ਘੇਰੇ ਚੋਂ ਨਿਕਲ ਕੇ ਬਾਹਰ ਚਲਾ ਜਾਵੇ। ਜਿਉਂ ਹੀ ਜ਼ੋਰ ਦੀ ਚਾਬਕ ਮਾਰਨੀ ਚਾਹੀ, ਜੱਸਾ ਸਿੰਘ ਨੇ ਵੇਖ ਲਿਆ ਤੇ ਹੱਥ ਦੇ ਕੇ ਰੋਕ ਲਿਆ। ਕਹਿਣ ਲੱਗੇ ਗੁਰਮੁਖ ਸਿੰਘ ਇਹ ਕੰਮ ਨਾ ਕਰੀ। बड़े कमाल दे वचन कह दिते उदों, सिंह सुने करे हमको ठट्ठा, जस्सा सिंह घोड़ा कुदाए नट्ठा। भी वो ते मेरे उत्ते मखौल करनगे कि होर सिंह सूरमे मरवा दिते ते आप जो है अपने आप नूं बचा के निकल गया। आगू लीडर इहो जे होने चाहिए ने। आप जान तली ते धर के उदों वो आगू लड़दे हुंदे सन। कहते 19 ਦੇ ਕਰੀਬ ਫੱਟ ਤਲਵਾਰਾਂ ਦੇ ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਤੇ ਸਨ। 4 ਵਿਦਵਾਨ ਇਸ ਗੱਲ ਨੂੰ ਲਿਖਦੇ ਨੇ ਕਿ ਉਦੋਂ ਦੇ ਜਿਹੜੇ ਆਗੂ ਸਨ ਨਾ ਮਿਸਲਾਂ ਦੇ ਸਿੰਘ ਸੂਰਮੇ, ਕੋਈ ਵੀ ਆਗੂ ਇਹੋ ਜਿਹਾ ਨਹੀਂ ਸੀ ਜਿਹਦੇ ਸਰੀਰ ਉੱਤੇ 18 ਤੋਂ ਘੱਟ ਤਲਵਾਰਾਂ ਦੇ ਫੱਟ ਹੋਣ, ਜ਼ਖਮ ਹੋਣ, ਕਿਉਂਕਿ ਲੜਦੇ ਰਹਿੰਦੇ ਸਨ ਸੱਚ ਲਈ। ਤੇ ਉਦੋਂ ਜੱਸਾ ਸਿੰਘ ਆਹਲੂਵਾਲੀਆ ਨੇ ਉਹ ਜੁਰਤ ਵਿਖਾਈ। ਕਿੱਥੋਂ ਮਿਲੀਆਂ ਇਹ ਜੁਰਤਾਂ, ਇਹ ਜਜ਼ਬੇ? ਸਾਹਿਬਜ਼ਾਦਿਆਂ ਤੋਂ। ਸਤਿਗੁਰੂ ਜੀ ਇਹੀ ਗੱਲ ਸਮਝਾ ਰਹੇ ਨੇ, ਸੋਈ ਭਗਤ ਸੋਈ ਵੱਡ ਦਾਤਾ। ਉਹੀ ਹੈ ਵੱਡਾ ਦਾਤਾ। ਸੋਈ ਪੂਰਨ ਪੁਰਖ ਵਿਧਾਤਾ। ਉਹੀ ਮਾਲਕ ਵਾਹਿਗੁਰੂ ਪੂਰਨ ਪੁਰਖ ਹੈ ਤੇ ਉਹੀ ਸਾਰਿਆਂ ਦੀ ਕਿਸਮਤ ਲਿਖਣ ਵਾਲਾ ਹੈ। ਤੇ ਜਦ ਕੋਈ ਉਹਦੇ ਹੁਕਮ ਨੂੰ ਸਮਝ ਲੈਂਦਾ ਹੈ ਤੇ ਫਿਰ ਹੁਕਮ ਦੀ ਖੇਡ ਬੜੀ ਨਿਰਾਲੀ ਹੋ ਜਾਂਦੀ ਹੈ। ਫਿਰ ਉਸ ਹੁਕਮ ਦੇ ਅਧੀਨ ਗੁਰੂ ਕੇ ਸਿੰਘ ਮੌਤ ਨਾਲ ਵੀ ਮਜ਼ਾਕਾਂ ਕਰਦੇ ਨੇ, ਮਖੌਲ ਕਰਦੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਘਟਨਾ,
ਕਹਿੰਦੇ ਮਲਤਾਨ ਦੇ ਕਿਲੇ ਨੂੰ ਜਿੱਤਣਾ ਸੀ ਤੇ ਮਲਤਾਨ ਦੇ ਕਿਲੇ ਦੀ ਫਸੀਲ ਦੀਵਾਰ ਜਿਹੜੀ ਹੈ ਉਹ ਬਹੁਤ ਚੌੜੀ ਤੇ ਮਜ਼ਬੂਤ, ਲਗਭਗ 18 ਫੀਟ ਇਸ ਤਰੀਕੇ ਦੇ ਨਾਲ, ਤੇ ਉਹਨੂੰ ਤੋੜਨਾ ਬਹੁਤ ਮੁਸ਼ਕਲ ਸੀ। ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਅਰਦਾਸ ਕੀਤੀ, ਇੱਕ ਤੋਪ ਐਸੀ ਲੈ ਕੇ ਗਏ, ਕਦੀ ਜ਼ਿਕਰ ਕਰਾਂਗੇ, ਪੂਰਾ ਸੰਖੇਪ ਵਿੱਚ ਬੇਨਤੀ ਕਰ ਰਹੇ ਹਾਂ ਕਿ ਉਸ ਤੋਪ ਨੂੰ ਲੈ ਕੇ ਜਦੋਂ ਉੱਥੇ ਪਹੁੰਚੇ, ਇਹ ਤੋਪ ਅਹਿਮਦ ਸ਼ਾਹ ਅਬਦਾਲੀ ਤੋਂ ਖੋਈ ਸਨ, ਸਿੰਘਾਂ ਨੇ ਖੋਈ ਸੀ। ਇਹ ਉਸ ਵਕਤ ਦੀ ਸਭ ਤੋਂ ਵੱਡੀ ਤੋਪ ਸੀ। ਤੇ ਜਦੋਂ ਤੋਪ ਲੈ ਕੇ ਪਹੁੰਚੇ ਤੇ ਆਤਿਸ਼ਬਾਜ਼ ਜੋ ਸਿੱਖ ਫੌਜ ਦਾ ਸੀ, ਉਹਨੇ ਮਹਾਰਾਜਾ ਜੀ ਨੂੰ ਕਿਹਾ ਕਿ ਮੈਂ ਇਸ ਦੀਵਾਰ ਦੇ ਉੱਤੇ 20 ਗੋਲੇ ਲਗਾਤਾਰ ਇੱਕ ਜਗ੍ਹਾ ਤੇ ਮਾਰਾਂਗਾ ਤੇ ਦੀਵਾਰ ਦੇ ਵਿੱਚ ਸੁਰਾਖ ਹੋ ਜਾਵੇਗਾ, ਟੁੱਟ ਜਾਵੇਗੀ, ਉਸ ਮੋਹਰੀ ਰਾਹੀਂ ਤੁਸੀਂ ਫੌਜ ਅੰਦਰ ਲੈ ਜਾ ਸਕਦੇ ਹੋ। ਕਹਿੰਦੇ ਜਦ ਉਹ ਗੋਲੇ ਵਰਸਾਉਣੇ ਸ਼ੁਰੂ ਕੀਤੇ ਤੇ 3 ਤੋਂ 4 ਗੋਲੇ ਜਦ ਮਾਰੇ ਗਏ ਨੇ, ਉਸ ਗੋਲੇ ਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ ਸੀ, 20 ਕਿਲੋ ਦੇ ਕਰੀਬ ਬਾਰੂਦ ਹੁੰਦਾ ਸੀ। ਤੇ ਕਹਿੰਦੇ ਅਚਾਨਕ ਉਸ ਤੋਪ ਦਾ ਇੱਕ ਵੀਲ ਪਹੀਆ ਜੋ ਹੈ ਉਹ ਟੁੱਟ ਗਿਆ ਤੇ ਉਸੇ ਵੇਲੇ ਆਤਿਸ਼ਬਾਜ਼ ਨੇ ਆਵਾਜ਼ ਮਾਰ ਕੇ ਇੱਕ ਗੱਲ ਕਹੀ ਕਿ ਹੁਣ ਸਮਾਂ ਨਹੀਂ ਕਿ ਪਹੀਆ ਇਹਦਾ ਠੀਕ ਕੀਤਾ ਜਾ ਸਕੇ ਦੁਬਾਰਾ ਜਾਂ ਨਵਾਂ ਲਿਆਇਆ ਜਾ ਸਕੇ। ਬਸ ਇੱਕੋ ਹੀ ਤਰੀਕਾ ਹੈ ਕਿ ਇਸ ਪਹੀਏ ਦੀ ਜਗ੍ਹਾ ਕੋਈ ਸਿੰਘ ਆਪਣਾ ਮੋਢਾ ਆ ਕੇ ਦਵੇ ਤੇ ਉਹ ਬੈਲੈਂਸ ਬਣੇ ਤੇ ਮੈਂ ਗੋਲਾ ਚਲਾਵਾਂ। ਪਰ ਇੱਕ ਗੱਲ ਪਹਿਲਾਂ ਸੁਣ ਲਓ, ਜਿਹੜਾ ਵੀ ਇੱਥੇ ਆ ਕੇ ਆਪਣਾ ਮੋਢਾ ਦੇਵੇਗਾ ਉਹ ਤੁੰਬੇ ਹੋ ਕੇ ਉੱਡ ਜਾਵੇਗਾ ਜਦ ਗੋਲਾ ਚਲਾਇਆ ਜਾਵੇਗਾ, ਕਿਉਂਕਿ 20 ਕਿਲੋ ਬਾਰੂਦ ਦਾ ਜੋ ਬੈਕ ਪ੍ਰੈਸ਼ਰ ਹੋਵੇਗਾ ਉਹਦੇ ਨਾਲ ਉਹਦਾ ਸਰੀਰ ਉੱਡ ਜਾਵੇਗਾ। ਤੇ ਇਹਦਾ ਮਤਲਬ ਕਿ 17-18 ਸਿੰਘ ਚਾਹੀਦੇ ਨੇ। ਕਹਿੰਦੇ ਇੱਕਦਮ ਭਗਦੜ ਮਚ ਗਈ। ਇਹ ਉਸੇ ਮੁਲਤਾਨ ਦੇ ਕਿਲੇ ਉੱਤੇ ਕਬਜ਼ਾ ਕੀਤੀ ਬੈਠਾ ਸੀ ਜੋ, ਉਹਦਾ ਹੀ ਕੋਈ CID ਇੱਕ ਮੁਸਲਮਾਨ ਸੀ, ਉਹਨੇ ਇਸ ਗੱਲ ਨੂੰ ਲਿਖਿਆ। ਕਹਿੰਦੇ ਮੈਂ ਆਪ ਵੇਖ ਰਿਹਾ ਸੀ, ਮੈਂ ਸੋਚਿਆ ਕਿ ਸਿੰਘ ਸ਼ਾਇਦ ਜਾਨਾਂ ਬਚਾਉਣ ਲਈ ਦੌੜ ਰਹੇ ਹੋਣਗੇ, ਪਰ ਕਹਿੰਦੇ ਵੇਖ ਕੇ ਹੈਰਾਨ ਹੋਇਆ, ਸਿੰਘ ਤਾਂ ਅੱਗੇ ਆ ਰਹੇ ਸਨ। ਉਹ ਕਹਿੰਦਾ ਪਹਿਲਾਂ ਮੈਂ ਜਾਵਾਂ, ਉਹ ਕਹਿੰਦਾ ਪਹਿਲਾਂ ਮੈਂ ਜਾਵਾਂ। ਤੇ ਕਹਿੰਦੇ ਜਥੇਦਾਰ ਜੋ ਫੌਜ ਦਾ ਸੀ ਉਹਨੇ ਆਵਾਜ਼ ਮਾਰ ਕੇ ਇੱਕ ਗੱਲ ਕਹੀ, ਕਹਿੰਦੇ ਫੌਜ ਦਾ ਜਥੇਦਾਰ ਕੌਣ ਹੈ? ਦੇਖੋ ਆਗੂ ਇਹੋ ਜਿਹੇ ਹੋਣੇ ਚਾਹੀਦੇ ਨੇ। ਫੌਜ ਦਾ ਜਥੇਦਾਰ ਕੌਣ ਹੈ? ਕਹਿਣ ਲੱਗੇ ਜੀ ਤੁਸੀਂ। ਤੇ ਹੁਕਮ ਕਿਸ ਦਾ ਚੱਲੇਗਾ, ਕਿਸ ਦਾ ਮੰਨੋਗੇ? ਵੀ ਫੌਜਦਾਰ ਦਾ। ਤੇ ਫਿਰ ਮੇਰਾ ਹੁਕਮ ਇਹ ਹੈ ਕਿ ਸਭ ਤੋਂ ਪਹਿਲਾਂ ਮੋਢਾ ਮੈਂ ਦਿਆਂਗਾ, ਉਸ ਤੋਂ ਬਾਅਦ ਜਿਹੜਾ ਮੀਤ ਜਥੇਦਾਰ ਹੈ ਉਹ ਦੇਗਾ, ਉਸ ਤੋਂ ਬਾਅਦ ਜਿਹੜਾ ਉਹ ਆਗੂ ਹੋਵੇਗਾ ਉਹ ਦੇਗਾ, ਉਸ ਤੋਂ ਬਾਅਦ ਤੁਹਾਡਾ ਨੰਬਰ ਆਵੇਗਾ। ਇਹ ਜਜ਼ਬਾ ਭਰਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਸਾਡੇ ਅੰਦਰ ਇਹ ਸੂਰਬੀਰਤਾ, ਉਹ ਸਮਾਂ ਨਹੀਂ, ਔਖਾ ਵੇਲਾ ਨਹੀਂ ਅੱਜ, ਪਰ ਭਲਿਓ ਘੱਟੋ ਘੱਟ ਜੇ ਇੰਨੀ ਰਹਿਮਤਾਂ ਗੁਰੂ ਨੇ ਦਿੱਤੀਆਂ ਨੇ ਤੇ ਗੁਰੂ ਦੇ ਸਿੱਖੀ ਸਰੂਪ ਨੂੰ ਹੀ ਅਸੀਂ ਬਚਾ ਲਈਏ। ਸਾਹਿਬ ਕਹਿੰਦੇ ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਭਾਵਨਾ। ਮਾਲਕ ਵਾਹਿਗੁਰੂ ਤੇ ਜਦ ਤੂੰ ਬਾਲਕ ਸੀ ਉਦੋਂ ਤੋਂ ਤੇਰਾ ਸਹਾਈ ਹੈ। ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਕੌਣ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਮਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਨਹਿ ਉਬਾਰਿਆ। ਬਾਰ ਵਿਵਸਥਾ ਤੁਝੈ ਪਿਆਰਿਆ ਦੂਧ ਭਰ ਜੋ ਬਨ ਭੋਜਨ ਸੁਖ ਸੂਦ। ਨਾ ਉਹਨੇ ਤੈਨੂੰ ਮਾਂ ਦੇ ਗਰਭ ਵਿੱਚ ਭੁੱਖੇ ਰਹਿਣ ਦਿੱਤਾ, ਪੈਦਾ ਹੁੰਦਿਆਂ ਹੀ ਤੈਨੂੰ ਦੁੱਧ ਪਿਵਾ ਰਿਹਾ ਹੈ, ਵੱਡੇ ਹੁੰਦਿਆਂ ਤੈਨੂੰ ਰੋਜੀ ਰੋਟੀ ਦੇ ਰਿਹਾ, ਸਭ ਕੁਝ ਤੇ ਉਹ ਕਰ ਰਿਹਾ ਹੈ, ਫਿਰ ਵੀ ਤੂੰ ਉਹਦਾ ਹੁਕਮ ਨਾ ਮੰਨੇ। ਮਿਰਤ ਦੁੱਖ ਸੁੱਖ ਲਿਖ ਪਾਏ ਤਿਲ ਨਹੀਂ ਬਧੈ ਘਟੈ ਨਾ ਘਟਾਏ। ਇਹ ਦੁੱਖ ਸੁੱਖ ਜੋ ਵਾਹਿਗੁਰੂ ਵੱਲੋਂ ਲਿਖ ਦਿੱਤੇ ਗਏ, ਇਹਨੂੰ ਕੋਈ ਘਟਾ ਵਧਾ ਨਹੀਂ ਸਕਦਾ, ਮੌਤ ਨੂੰ ਕੋਈ ਟਾਲ ਨਹੀਂ ਸਕਦਾ। ਉਹੀ ਮਾਲਕ ਵਾਹਿਗੁਰੂ ਜੋ ਚਾਵੇ ਉਹ ਕਰ ਸਕਦਾ, ਸਾਡੇ ਹੱਥ ਦੀ ਗੱਲ ਨਹੀਂ।
सोई होए जे करते भावै कह के आप वंजावना। ओही होवेगा जो मालक वाहिगुरु आप चाहे। ते बंदा जे अपने दावे करे मैं ये कर दांगा मैं वो कर दांगा, ते साहब कहते वो अपना आपा गवा लैंदा है। ऐसा ही हुंदा रहा है। औरंगजेब अपना आपा ही गवा गया, हस्ती मिटा गया। वजीर खान अपना आपा ही गवा गया, क्योंकि कहता सी मैं करना है, मैं कर सकदा, मैं सिखां दा खुरा खोज मिटा देंगा। अहमद शाह अब्दाली वर्गे आप मिट गए। साहब कहते अंधकूप ते सेई काढ़े जन्म जन्म के टूटे गांढे। अंधकूप हनेरी खोही है, ये संसार विविधुण खोही मुंद इकेली, ना को साथी ना को बेली। फिर की पुकार कीती जावे वाहिगुरु अगे, कर कृपा प्रभ साध संग मेली, जां फिर देखा तां मेरा अल्लाह बेली। ये साध संगत विचों वाहिगुरु नजर आउंदा है ते इस अंधे खूह तो मनुख नूं बचा लैंदा, जन्मां जन्मांतां दे गेड़ कट दिंदा है। किरपा धार रखे कर अपने, मिल साधु गोबिंद ध्यावना। गुरु साधु नूं मिल के जद जिस तरह अज दरबार च बैठ के या घरां च लाइव टैलीकास्ट तो गुरु की कथा सुनदे आ, गुरु दी संगत कर रहे हैं, बिल्कुल इउं साहब कहंदे उस गोबिंद नूं ध्यावना ते फिर गुरु वाहिगुरु दी कृपा दे पात्र बन जाना। तेरी कीमत कहन ना जाई, अचरज रूप वडी वडियाई। मालक वाहिगुरु तेरी वडियाई किते कही जा सकती है? तेरा मुल कोई पा सकता है? अचरज वडियाई है तेरी, हैरान कर देने वाली वडियाई है। भगत दान मंगै जन तेरा, नानक बल बल जावना। भगती दा दान तेरे दर तो ये नानक मंगदा है ते तेरे तो हमेशा बलिहार जांदा है। भगत शब्द अपने आप विच बड़ा प्यारा है। पब्बा गग्गा तत्ता, जे तत्ता मुक्ता है ते बहुत सारे भगत, जे तत्ते नूं औंकड़ है ते एक भगत, जे तत्ते नूं सिहारी है ते भगती तो मुकदी गल। भगत तीन अखर ने, जिहदे कोल भब्बे तो भजन है, जिहदे कोल गग्गे तो ज्ञान है ते जिहदे कोल तत्ते तो त्याग करन दी जुरत है, असल भगत ओह है। चार साहबजादियां तो वड्डा भगत दुनिया च कोई होर नजर नहीं आउंदा, क्योंकि नितनेम भजन सिमरन उन्हां नूं विरसे च मिलिया, उन्होंने अपनाया। ज्ञान उन्हां कोल गुरु ग्रंथ साहब जी वाला सी, साहिब गुरु गोबिंद सिंह साहब जी वल्लों मिलिया ज्ञान सी। ते त्याग करन दी जुरत तां तुसीं वेख ही लई है। इहो जे त्यागी मिलणगे किथे? त्यागी सरनेम ला लेना वखरी गल है, पर त्याग करना ये किसी विरले दे हिस्से आउंदा है। उन्हां विचों ने वो चार साहिबजादे बाबे बाबा फतेह सिंह जी दे जन्म दिहाड़े दी आप सब नूं बेअंत बेअंत वधाइयां। बस जज्बा पैदा करो, वो गुण वेखो साहबजादे दे नाम विचों अजीत सिंह, जिहदे अंदर जज्बा है कि मैनूं कोई जित नहीं सकदा, मैं जितांगा। जुझार सिंह, जूझना भी है, जिथे किथे सरेंडर नहीं कर देना। जिथे किथे माड़े कर्मां लई कोई चार दोस्त कह रहे होण ते उदों ही डिग पईए, नहीं, हर गल लई जूझना, सच लई जूझना, फिर जोरावर बनना। अपने अंदर बलवानता पैदा करो, कसरतां करो, नशे छड्डो, सिक्खी स्वरूप अपनाओ, ते फिर वेखो फतेह ही फतेह होवेगी पंथ दी। गुरु किरपा करे, बेअंत होईयां भुल्लां बख्श लैना, दिओ असीस, कथा करन दी जाच आ जावे। सांझे तौर ते सारियां लई अरदास है, श्री हरि कृष्ण तिहाई है, जिस डिठे सब दुख जाए, तेग बहादुर सिमरे हैं, हर नौ निध आवे धाए, सब थाई होए सहाय। बुलाओ फतेह, वाहिगुरु जी का खालसा, वाहिगुरु जी की फतेह।